ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਸਤਿ ਸ਼੍ਰੀ ਅਕਾਲ ਜੀ। ਪੰਜਾਬ ਮੇਲ USA ਟੀਵੀ ਤੇ ਮੈਂ ਹਾਂ ਬਾਰਨ ਕੌਰ ਮਾਨ। ਪਹਿਲੀ ਤਿਮਾਹੀ ਵਿੱਚ ਕੈਨੇਡਾ ਨੇ ਜਾਰੀ ਕੀਤੇ 1 ਲੱਖ ਤੋਂ ਵਧੇਰੇ ਵੀਜ਼ੇ, ਵੱਡੀ ਗਿਣਤੀ ਵਿੱਚ ਭਾਰਤੀ ਸ਼ਾਮਲ। ਕੈਨੇਡਾ ਜਾਣ ਲਈ ਕੋਵਿਡ ਟੈਸਟ ਦੀ ਨਹੀਂ ਰਹੀ ਜ਼ਰੂਰਤ। ਬੱਚਿਆਂ ਦਾ ਭਵਿੱਖ ਹੋਵੇਗਾ ਸੁਰੱਖਿਅਤ। ਵਿਦਿਆਰਥੀਆਂ ਲਈ ਕੈਨੇਡਾ ਜਾਣ ਦਾ ਸੁਨਹਿਰੀ ਮੌਕਾ। यात्रियों ਲਈ खुशखबरी है, अमृतसर तो दोहा ਲਈ उड़ान भरेगी कतर एयरवेज की फ्लाइट। शेड्यूल हो गया जारी। अमेरिका की अपने नागरिकों को सलाह, भारत की यात्रा करते समय रहो ज्यादा चौकस। रूस यूक्रेन जंग दरमियान अमेरिका ने अपने नागरिकों लिए जारी की एडवाइजरी। अमेरिका ने भारत लिए कोविड-19 यात्रा नियमों में दिती ढिल। 2 साल बाद मुड़ शुरू हो गई अंतरराष्ट्रीय उड़ाना। कोविड दिशा निर्देशों में की गई सोध। विदेश जाने वालियां नूं बूस्टर डोज लगाउण बारे विचार। ਤੁਸੀਂ ਦੇਖ ਰਹੇ ਹੋ ਵੀਕਲੀ ਇਮੀਗ੍ਰੇਸ਼ਨ ਅਪਡੇਟ। ਕੈਨੇਡਾ ਵਿੱਚ ਨਾਗਰਿਕਤਾ ਹਾਸਲ ਕਰਨ ਦੇ 2 ਪੱਖੋਂ ਭਾਰਤੀਆਂ ਨੇ ਬਾਜੀ ਮਾਰੀ ਹੈ। ਕੈਨੇਡਾ ਜੋ ਕਿ 2022 ਵਿੱਚ ਰਿਕਾਰਡ 4,32,000 ਨਵੇਂ ਪ੍ਰਵਾਸੀਆਂ ਨੂੰ ਦੇਸ਼ ਵਿੱਚ ਦਾਖਲ ਕਰਨ ਦੀ ਯੋਜਨਾ ਬਣਾ ਰਿਹਾ ਹੈ, ਇਸ ਟੀਚੇ ਨੂੰ ਹਾਸਲ ਕਰਨ ਦੇ ਸਿਖਰ ਤੇ ਹੈ, ਕਿਉਂਕਿ ਦੇਸ਼ ਨੇ ਸਾਲ ਦੇ ਪਹਿਲੇ 3 ਮਹੀਨਿਆਂ ਵਿੱਚ 1,08,000 ਨਵੇਂ ਆਏ ਲੋਕਾਂ ਦਾ ਸਵਾਗਤ ਕੀਤਾ ਹੈ। ਇਮੀਗ੍ਰੇਸ਼ਨ, ਸ਼ਰਨਾਰਥੀ ਅਤੇ ਸਿਟੀਜ਼ਨਸ਼ਿਪ ਮੰਤਰੀ ਸੀਨ ਫਰੇਜ਼ਰ ਨੇ ਵੀਰਵਾਰ ਨੂੰ ਪਹਿਲੀ ਤਿਮਾਹੀ ਲਈ ਅੰਕੜੇ ਜਾਰੀ ਕਰਦੇ ਹੋਏ ਕਿਹਾ ਕਿ ਕੈਨੇਡਾ ਨੂੰ ਦੁਨੀਆ ਭਰ ਦੇ ਇੰਨੇ ਸਾਰੇ ਲੋਕਾਂ ਲਈ ਪਸੰਦ ਦੀ ਮੰਜ਼ਲ ਹੋਣ ਤੇ ਮਾਣ ਹੈ ਅਤੇ ਅਸੀਂ ਉਹਨਾਂ ਲਈ ਸਭ ਤੋਂ ਵਧੀਆ ਤਜਰਬਾ ਪ੍ਰਦਾਨ ਕਰਨ ਲਈ ਸਖਤ ਮਿਹਨਤ ਕਰਦੇ ਰਹਾਂਗੇ। ਭਾਵੇਂ ਦੇਸ਼ ਬਾਹਰ ਅੰਕੜਿਆਂ ਦੀ ਕੋਈ ਵੇਰਵਾ ਨਹੀਂ ਹੈ, ਪਰ ਇਸ ਸਾਲ ਕੈਨੇਡਾ ਵਿੱਚ ਨਿਵਾਸ ਕਰਨ ਲਈ ਭਾਰਤੀ ਸਭ ਤੋਂ ਵੱਡੇ ਪ੍ਰਵਾਸੀ ਸਮੂਹ ਨੇ। 2021 ਵਿੱਚ ਲਗਭਗ 1 ਲੱਖ ਭਾਰਤੀ ਕੈਨੇਡਾ ਦੇ ਪੱਕੇ ਨਿਵਾਸੀ ਬਣ ਗਏ, ਕਿਉਂਕਿ ਦੇਸ਼ ਨੇ ਆਪਣੇ ਇਤਿਹਾਸ ਵਿੱਚ ਰਿਕਾਰਡ 4,05,000 ਨਵੇਂ ਪ੍ਰਵਾਸੀਆਂ ਦਾ ਸਵਾਗਤ ਕੀਤਾ। 2021-22 ਦੌਰਾਨ 2,10,000 ਤੋਂ ਵੱਧ ਸਥਾਈ ਨਿਵਾਸੀਆਂ ਨੇ ਵੀ ਕੈਨੇਡੀਅਨ ਨਾਗਰਿਕਤਾ ਹਾਸਲ ਕੀਤੀ। ਇਮੀਗ੍ਰੇਸ਼ਨ ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਇਸਨੇ 4,50,000 ਅਧਿਐਨ ਪਰਮਿਟ ਅਰਜ਼ੀਆਂ ਵੀ ਜਾਰੀ ਕੀਤੀਆਂ ਨੇ। ਕੈਨੇਡਾ ਵਿੱਚ 6,22,000 ਤੋਂ ਵੱਧ ਵਿਦੇਸ਼ੀ ਵਿਦਿਆਰਥੀ ਨੇ, ਜਿਨ੍ਹਾਂ ਵਿੱਚ 31 ਦਸੰਬਰ 2021 ਤੱਕ ਭਾਰਤੀਆਂ ਦੀ ਗਿਣਤੀ 2,17,410 ਹੈ। ਕੋਰੋਨਾ ਵਾਇਰਸ ਮਹਾਮਾਰੀ ਦੇ 2 ਸਾਲ ਤੋਂ ਵੱਧ ਸਮੇਂ ਤੋਂ ਬਾਅਦ ਕੈਨੇਡਾ ਦੇ ਵੱਖ-ਵੱਖ ਇਲਾਕਿਆਂ 'ਚੋਂ ਅਜੇ ਵੀ ਨਵੇਂ ਕੇਸ ਮਿਲਣੇ ਅਤੇ ਮੌਤ ਹੋਣ ਦੀਆਂ ਖਬਰਾਂ ਭਾਵੇਂ ਆ ਰਹੀਆਂ ਨੇ, ਪਰ ਇਸ ਦੌਰਾਨ ਸਿਹਤ ਦੇ ਮਾਹਿਰਾਂ ਨੂੰ ਭਰੋਸਾ ਹੈ ਕਿ ਹੁਣ ਮੌਜੂਦਾ ਦਵਾਈਆਂ ਅਤੇ ਵੈਕਸੀਨ ਦੀ ਮਦਦ ਨਾਲ ਇਸ ਲਾਗ ਦਾ ਮੁਕਾਬਲਾ ਕੀਤਾ ਜਾ ਸਕਦਾ ਹੈ ਅਤੇ ਤਾਲਾਬੰਦੀ ਜਾਂ ਹੋਰ ਵੱਡੇ ਪੱਧਰ ਦੀਆਂ ਪਾਬੰਦੀਆਂ ਦੀ ਲੋੜ ਨਹੀਂ ਪਏਗੀ। ਇਸ ਤਹਿਤ ਕੈਨੇਡਾ ਸਰਕਾਰ ਨੇ ਵਿਦੇਸ਼ਾਂ ਤੋਂ ਕੈਨੇਡਾ ਜਾਣ ਵਾਲੇ ਲੋਕਾਂ ਲਈ ਕੋਰੋਨਾ ਵਾਇਰਸ ਦਾ ਟੈਸਟ ਕਰਵਾਉਣ ਦੀ ਸ਼ਰਤ ਖਤਮ ਕਰ ਦਿੱਤੀ ਹੈ ਅਤੇ ਜੋ ਬੀਤੇ ਕੱਲ ਤੋਂ ਲਾਗੂ ਹੈ। ਟੈਸਟ ਕਰਵਾਏ ਬਿਨਾਂ ਜਹਾਜ਼ ਵਿੱਚ ਬੈਠ ਕੇ ਕੈਨੇਡਾ ਪਹੁੰਚਣ ਦੀ ਖੁੱਲ੍ਹ ਉਹਨਾਂ ਲੋਕਾਂ ਨੂੰ ਮਿਲ ਸਕਦੀ ਹੈ ਜਿਨ੍ਹਾਂ ਨੇ ਉਡਾਣ ਤੋਂ 14 ਦਿਨ ਪਹਿਲਾਂ ਤੱਕ ਮਨਜ਼ੂਰਸ਼ੁਦਾ ਵੈਕਸੀਨ ਦੇ 2ਵੇਂ ਟੀਕੇ ਲਗਵਾ ਲਏ ਹੋਣਗੇ। हर व्यक्ति अपने सुनहरे भविख ਲਈ विदेश जाके वसण की कोशिश ਵਿੱਚ है। कुछ लोग विदेश जाने ਲਈ गलत तरीकों का इस्तेमाल करके बॉर्डर टप्पण की कोशिश करते हैं, जिस कारण उन्होंने कानूनी कार्रवाइयों का सामना करना पैंदा है। पर जेकर गल करिए पढ़ाई की, तो अनेकों ही विद्यार्थी कनेडा विच पढ़ाई करके अपना भविख बना चुके हैं, जिस विच ज़्यादातर गिणती भारतीयों की है। भारत तो हर साल ਲੱਖਾਂ विद्यार्थी विदेश पढ़न ਲਈ ਜਾਂਦੇ ਨੇ ਅਤੇ ਕੈਨੇਡਾ ਵਰਗੇ ਦੇਸ਼ ਦੀ ਆਰਥਿਕ ਸਥਿਤੀ ਨੂੰ ਮਜ਼ਬੂਤ ਬਣਾਈ ਰੱਖਣ ਵਿੱਚ ਯੋਗਦਾਨ ਪਾਉਂਦੇ ਨੇ, ਜਿਸ ਕਾਰਨ ਕੈਨੇਡਾ ਨੇ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਲਈ ਨਿਯਮਾਂ ਵਿੱਚ ਕਾਫੀ ਢਿੱਲ ਵੀ ਦਿੱਤੀ ਹੋਈ ਹੈ ਤਾਂ ਕਿ ਉਹ ਆਪਣੇ ਸਹੀ ਤਰੀਕੇ ਨਾਲ ਆਪਣਾ ਭਵਿੱਖ ਬਣਾ ਸਕਣ। ਵਿਦਿਆਰਥੀ ਕੈਨੇਡਾ ਲਈ ਸਟੱਡੀ ਵੀਜ਼ਾ ਆਇਲਸ ਨਾਲ ਜਾਂ ਬਿਨਾਂ ਆਇਲਸ ਦੇ ਵੀ ਅਪਲਾਈ ਕਰ ਸਕਦੇ ਨੇ। ਵਿਦੇਸ਼ ਪੜ੍ਹਨ ਦਾ ਬਹੁਤ ਮਹੱਤਵ ਹੈ। ਇਸ ਨਾਲ ਅੰਤਰਰਾਸ਼ਟਰੀ ਵਿਦਿਆਰਥੀ ਵਰਕ ਪਰਮਿਟ ਅਤੇ ਇਮੀਗ੍ਰੇਸ਼ਨ ਪ੍ਰੋਗਰਾਮਾਂ ਦੇ ਯੋਗ ਹੋ ਸਕਦੇ ਨੇ, ਜੋ ਉਹਨਾਂ ਨੂੰ ਸਥਾਈ ਨਿਵਾਸ ਵੱਲ ਲੈ ਜਾਂਦੇ ਨੇ। ਇੱਕ ਯੋਗ ਅਧਿਐਨ ਪਰਮਿਟ ਤੇ ਕੈਨੇਡਾ ਵਿੱਚ ਵਿਦਿਆਰਥੀ ਸਕੂਲ ਸਾਲ ਦੌਰਾਨ 20 ਘੰਟੇ ਪ੍ਰਤੀ ਹਫ਼ਤਾ ਅਤੇ ਤੈਅ ਕੀਤੇ ਬ੍ਰੇਕ ਤੇ ਪੂਰੇ ਸਮੇਂ ਲਈ ਕੰਮ ਕਰ ਸਕਦੇ ਨੇ। ਉਹਨਾਂ ਕੋਲ ਆਪਣੇ ਲਈ ਜਾਂ ਮਾਲਕ ਲਈ ਕੰਮ ਕਰਨ ਦਾ ਵਿਕਲਪ ਹੁੰਦਾ ਹੈ। 3.5 ਮਹੀਨਿਆਂ ਦੀ ਉਡੀਕ ਤੋਂ ਬਾਅਦ ਆਖਰ ਇਸ ਹਫ਼ਤੇ 1 ਅਪ੍ਰੈਲ ਤੋਂ ਦੋਹਾ ਲਈ ਡਾਇਰੈਕਟ ਫਲਾਈਟ ਉਡਾਣ ਭਰਨੀ ਸ਼ੁਰੂ ਹੋ ਗਈ। ਕਤਰ 에ਅਰਵੇਜ਼ ਨੇ ਇਸ ਫਲਾਈਟ ਦਾ ਸ਼ੈਡਿਊਲ ਜਾਰੀ ਕਰ ਦਿੱਤਾ। ਸਿੱਧੀ ਫਲਾਈਟ ਜ਼ਰੀਏ ਯਾਤਰੀਆਂ ਦੇ ਸਮੇਂ ਦੀ ਬਚਤ ਹੋਈ, ਉੱਥੇ ਉਹਨਾਂ ਦਾ ਕਿਰਾਇਆ ਵੀ ਘੱਟ ਲੱਗਣ ਲੱਗਾ। ਪਿਛਲੇ 3.5 ਮਹੀਨਿਆਂ ਤੋਂ ਫਲਾਈਟ ਦਿੱਲੀ ਤੋਂ ਹੋਣ ਕਾਰਨ ਯਾਤਰੀਆਂ ਨੂੰ ਭਾਰੀ
ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਯਾਦ ਰਹੇ ਕਿ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਦੇਖਦਿਆਂ ਭਾਰਤ ਸਰਕਾਰ ਵੱਲੋਂ ਬਬਲ 에ਅਰਵੇਜ਼ ਤਹਿਤ ਕੀਤੇ ਗਏ ਸਮਝੌਤੇ 'ਚ ਦਿੱਲੀ ਤੋਂ ਫਲਾਈਟ ਦੀ ਆਗਿਆ ਦਿੱਤੀ ਗਈ ਸੀ ਅਤੇ ਅੰਮ੍ਰਿਤਸਰ ਤੋਂ ਇਸ ਨੂੰ ਰੱਦ ਕਰ ਦਿੱਤਾ ਸੀ। ਦੋਹਾ ਲਈ ਡਾਇਰੈਕਟ ਫਲਾਈਟ ਦਾ ਸਫ਼ਰ ਕੇਵਲ 3 ਘੰਟੇ 40 ਮਿੰਟ ਵਿੱਚ ਪੂਰਾ ਹੋ ਜਾਏਗਾ। ਸਭ ਤੋਂ ਖਾਸ ਗੱਲ ਇਹ ਹੈ ਕਿ ਫਲਾਈਟ ਦਾ ਸਮਾਂ ਰਾਤ ਦਾ ਰਹੇਗਾ। ਅਜਿਹੇ 'ਚ ਬਹੁਤ ਆਸਾਨੀ ਨਾਲ ਦੋਹਾ ਤੋਂ ਵੀ ਅਪ ਡਾਊਨ ਕੀਤਾ ਜਾ ਸਕਦਾ। ਕੋਰੋਨਾ ਕਾਰਨ ਫਲਾਈਟ ਸਤੰਬਰ 2021 ਤੱਕ ਰੋਜ਼ਾਨਾ ਉਡਾਨ ਭਰਦੀ ਸੀ, ਪਰ ਅਕਤੂਬਰ 'ਚ ਇਹਨਾਂ ਦੀ ਗਿਣਤੀ ਘਟ ਕੇ ਹਫ਼ਤੇ ਵਿੱਚ 3 ਦਿਨ ਕਰ ਦਿੱਤੀ ਗਈ। ਇਸ ਤੋਂ ਬਾਅਦ 15 ਦਸੰਬਰ 2021 ਨੂੰ ਫਲਾਈਟ ਪੂਰੀ ਤਰ੍ਹਾਂ ਨਾਲ ਬੰਦ ਕਰ ਦਿੱਤੀ ਗਈ ਸੀ। ਇਸ ਤੋਂ ਬਾਅਦ ਕੇਵਲ ਦਿੱਲੀ ਤੋਂ ਫਲਾਈਟ ਮਿਲ ਰਹੀ ਸੀ। ਅਮਰੀਕਾ ਨੇ ਮੰਗਲਵਾਰ ਨੂੰ ਇੱਕ ਨਵੀਂ ਯਾਤਰਾ ਸਲਾਹ ਵਿੱਚ ਆਪਣੇ ਨਾਗਰਿਕਾਂ ਨੂੰ ਭਾਰਤ ਦੀ ਯਾਤਰਾ ਕਰਦੇ ਸਮੇਂ ਜ਼ਿਆਦਾ ਚੌਕਸ ਰਹਿਣ ਦੀ ਅਪੀਲ ਇੱਕ ਵਾਰੀ ਫਿਰ ਕਰ ਦਿੱਤੀ ਹੈ। ਉਹਨਾਂ ਨੂੰ ਜੰਮੂ ਕਸ਼ਮੀਰ ਅਤੇ ਭਾਰਤ ਪਾਕਿਸਤਾਨ ਸਰਹੱਦ ਦੇ 10 ਕਿਲੋਮੀਟਰ ਦੇ ਘੇਰੇ ਵਿੱਚ ਨਾ ਜਾਣ ਦੀ ਸਲਾਹ ਵੀ ਦਿੱਤੀ ਹੈ। ਅਮਰੀਕਾ ਦੇ ਵਿਦੇਸ਼ ਮੰਤਰਾਲਾ ਨੇ ਇੱਕ ਨਵੀਂ ਯਾਤਰਾ ਸਲਾਹ ਵਿੱਚ ਕਿਹਾ ਕਿ ਅਪਰਾਧ ਅਤੇ ਅੱਤਵਾਦ ਕਾਰਨ ਭਾਰਤ ਨੂੰ ਲੈ ਕੇ ਚੌਕਸੀ ਵਧਾਈ ਗਈ ਹੈ। ਮੰਤਰਾਲਾ ਨੇ ਕਿਹਾ ਕਿ ਭਾਰਤ ਦੀ ਯਾਤਰਾ ਦੇ ਜ਼ੋਖਿਮ ਪੱਧਰ ਨੂੰ ਘੱਟ ਕਰਦੇ ਹੋਏ ਪੱਧਰ 3 ਤੋਂ ਪੱਧਰ 2 ਕੀਤਾ ਜਾ ਰਿਹਾ ਹੈ। ਅਮਰੀਕਾ ਵੱਲੋਂ ਆਖਰੀ ਯਾਤਰਾ ਸਲਾਹ 25 ਜਨਵਰੀ ਨੂੰ ਜਾਰੀ ਕੀਤੀ ਗਈ ਸੀ। ਰੋਗ ਕੰਟਰੋਲ ਅਤੇ ਰੋਕਥਾਮ ਕੇਂਦਰ ਨੇ ਇੱਕ ਦਿਨ ਪਹਿਲਾਂ ਹੀ ਭਾਰਤ ਵਿੱਚ ਕੋਵਿਡ-19 ਦੇ ਘੱਟ ਹੁੰਦੇ ਮਾਮਲਿਆਂ ਦੇ ਮੱਦੇਨਜ਼ਰ ਉਸ ਦੇ ਲਈ ਪੱਧਰ 1 ਦਾ ਟਰੈਵਲ ਹੈਲਥ ਨੋਟਿਸ ਜਾਰੀ ਕੀਤਾ ਸੀ। ਦੋਵੇਂ ਸਲਾਹਾਂ ਇਸ ਗੱਲ ਵੱਲ ਇਸ਼ਾਰਾ ਕਰਦੀਆਂ ਨੇ ਕਿ ਅਮਰੀਕਾ ਨੂੰ ਲੱਗਦਾ ਹੈ ਕਿ ਭਾਰਤ ਵਿੱਚ ਹਾਲਾਤ ਹੁਣ ਆਮ ਹੋ ਰਹੇ ਨੇ। ਜੰਮੂ ਕਸ਼ਮੀਰ ਅਤੇ ਭਾਰਤ ਪਾਕਿਸਤਾਨ ਸਰਹੱਦ ਤੇ ਉਸ ਦਾ ਸਟੈਂਡ ਹਾਲਾਂਕਿ ਉਹੀ ਬਣਿਆ ਹੋਇਆ ਹੈ ਜਿੱਥੇ ਉਹ ਆਪਣੇ ਨਾਗਰਿਕਾਂ ਨੂੰ ਯਾਤਰਾ ਨਾ ਕਰਨ ਦੀ ਸਲਾਹ ਦੇ ਰਿਹਾ ਹੈ। ਰੂਸ ਦੀ ਫੌਜ ਵੱਲੋਂ ਯੂਕਰੇਨ ਵਿੱਚ ਰਹਿ ਰਹੇ ਅਮਰੀਕੀ ਨਾਗਰਿਕਾਂ ਦੀ ਪਛਾਣ ਕਰਕੇ ਉਹਨਾਂ ਨੂੰ ਹਿਰਾਸਤ ਵਿੱਚ ਲੈਣ ਦੀਆਂ ਰਿਪੋਰਟਾਂ ਜਦੋਂ ਸਾਹਮਣੇ ਆਈਆਂ ਤੇ ਉਸ ਤੋਂ ਬਾਅਦ ਬੁੱਧਵਾਰ ਨੂੰ ਇਸ ਹਫ਼ਤੇ ਅਮਰੀਕਾ ਨੇ ਆਪਣੇ ਨਾਗਰਿਕਾਂ ਨੂੰ ਤੁਰੰਤ ਯੂਕਰੇਨ ਛੱਡਣ ਦੀ ਅਪੀਲ ਕੀਤੀ। ਯੂਕਰੇਨ ਵਿੱਚ ਅਮਰੀਕੀ ਦੂਤਘਰ ਦੇ ਅਨੁਸਾਰ ਯੂਕਰੇਨ ਵਿੱਚ ਰਹਿ ਰਹੇ ਅਮਰੀਕੀ ਨਾਗਰਿਕਾਂ ਨੂੰ ਆਪਣੀ ਸੁਰੱਖਿਆ ਦਾ ਖਿਆਲ ਰੱਖਦੇ ਹੋਏ ਤੁਰੰਤ ਇੱਥੋਂ ਚਲੇ ਜਾਣਾ ਚਾਹੀਦਾ ਹੈ। ਇਸ ਲਈ ਉਹ ਵਪਾਰਕ ਜਾਂ ਕਿਸੇ ਹੋਰ ਨਿੱਜੀ ਆਵਾਜਾਈ ਦੇ ਸਾਧਨਾਂ ਦੀ ਵਰਤੋਂ ਕਰ ਸਕਦੇ ਨੇ। ਇਸ ਤੋਂ ਇਲਾਵਾ ਯੂਕਰੇਨ ਵਿੱਚ ਚੱਲ ਰਹੇ ਯੁੱਧ, ਅਪਰਾਧ ਅਤੇ ਸਿਵਲ ਅਸ਼ਾਂਤੀ ਦੇ ਮੱਦੇਨਜ਼ਰ ਅਮਰੀਕੀ ਨਾਗਰਿਕਾਂ ਨੂੰ ਵੀ ਜ਼ਿਆਦਾ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਉਹਨਾਂ ਨੇ ਕਿਹਾ ਕਿ ਯੂਕਰੇਨ ਵਿੱਚ ਚੱਲ ਰਹੀ ਜੰਗ ਦੀ ਸਥਿਤੀ ਅਤੇ ਇੱਥੇ ਰੂਸੀ ਸਰਕਾਰ ਤੇ ਸੁਰੱਖਿਆ ਅਧਿਕਾਰੀਆਂ ਦੁਆਰਾ ਅਮਰੀਕੀਆਂ ਦੀ ਪਛਾਣ ਕੀਤੇ ਜਾਣ ਕਾਰਨ ਅਮਰੀਕੀ ਨਾਗਰਿਕਾਂ ਨੂੰ ਯੂਕਰੇਨ ਦੀ ਯਾਤਰਾ ਕਰਨ ਤੋਂ ਬਚਣਾ ਚਾਹੀਦਾ ਹੈ। ਯੂਕਰੇਨ ਵਿੱਚ ਰੂਸੀ ਬਲਾਂ ਦੁਆਰਾ ਅਮਰੀਕੀ ਨਾਗਰਿਕਾਂ ਦੀ ਪਛਾਣ ਕੀਤੇ ਜਾਣ ਅਤੇ ਹਿਰਾਸਤ ਵਿੱਚ ਲਏ ਜਾਣ ਦੀਆਂ ਰਿਪੋਰਟਾਂ ਅਕਸਰ ਸਾਹਮਣੇ ਆ ਰਹੀਆਂ ਨੇ ਜਦੋਂ ਉਹ ਜ਼ਮੀਨੀ ਰਸਤੇ ਰੂਸ ਦੇ ਕਬਜ਼ੇ ਵਾਲੇ ਖੇਤਰ ਜਾਂ ਰੂਸ ਜਾਂ ਬੈਲਾਰੂਸ ਰਾਹੀਂ ਦੇਸ਼ ਛੱਡਣ ਦੀ ਕੋਸ਼ਿਸ਼ ਕਰ ਰਹੇ ਨੇ। ਅਮਰੀਕਾ ਨੇ ਭਾਰਤੀ ਯਾਤਰੀਆਂ ਲਈ ਕੋਵਿਡ-19 ਯਾਤਰਾ ਨਿਯਮਾਂ ਵਿੱਚ ਢਿੱਲ ਦਿੱਤੀ ਹੈ। ਯੂਐਸ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਸੋਮਵਾਰ ਨੂੰ ਇਸ ਹਫ਼ਤੇ ਭਾਰਤ ਲਈ ਆਪਣੀ ਕੋਵਿਡ-19 ਯਾਤਰਾ ਸਲਾਹ ਨੂੰ ਲੈਵਲ 3 ਤੋਂ ਲੈਵਲ 1 ਤੱਕ ਆਸਾਨ ਕਰ ਦਿੱਤਾ। CDC ਨੇ ਆਪਣੇ ਸਲਾਹ ਵਿੱਚ ਕਿਹਾ ਕਿ ਉਹਨਾਂ ਨੇ ਭਾਰਤ ਲਈ ਆਪਣੀ ਕੋਵਿਡ-19 ਯਾਤਰਾ ਸਲਾਹ ਨੂੰ ਲੈਵਲ 3 ਤੋਂ ਪੱਧਰ 1 ਵਿੱਚ ਬਦਲ ਦਿੱਤਾ ਹੈ। ਅਮਰੀਕੀ ਵਿਦੇਸ਼ ਮੰਤਰਾਲਾ ਨੇ ਕਿਹਾ ਕਿ ਸੈਂਟਰ ਫਾਰ ਡਿਸੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਕੋਵਿਡ-19 ਕਾਰਨ ਲੈਵਲ 1 ਦਾ ਟਰੈਵਲ ਹੈਲਥ ਨੋਟਿਸ ਜਾਰੀ ਕੀਤਾ ਹੈ ਜੋ ਕਿ ਦੇਸ਼ ਵਿੱਚ ਕੋਵਿਡ-19 ਦੇ ਹੇਠਲੇ ਪੱਧਰ ਨੂੰ ਦਰਸਾਉਂਦਾ ਹੈ। CDC ਮੁਤਾਬਕ ਜੇਕਰ ਤੁਸੀਂ ਖਾਦ ਅਤੇ ਡਰੱਗ ਪ੍ਰਸ਼ਾਸਨ ਵੱਲੋਂ ਅਧਿਕਾਰਤ ਟੀਕੇ ਨਾਲ ਪੂਰੀ ਤਰ੍ਹਾਂ ਟੀਕਾਕਰਨ ਕਰ ਚੁੱਕੇ ਹੋ ਤਾਂ ਤੁਹਾਡੇ ਕੋਵਿਡ-19 ਨਾਲ ਪੀੜਤ ਹੋਣ ਅਤੇ ਗੰਭੀਰ ਲੱਛਣ ਵਿਕਸਿਤ ਹੋਣ ਦਾ ਜ਼ੋਖਮ ਘੱਟ ਹੋ ਸਕਦਾ ਹੈ। ਬਿਆਨ ਵਿੱਚ ਕਿਹਾ ਗਿਆ ਹੈ ਕਿ ਕਿਸੇ ਵੀ ਅੰਤਰਰਾਸ਼ਟਰੀ ਯਾਤਰਾ ਦੀ ਯੋਜਨਾ ਬਣਾਉਣ ਤੋਂ ਪਹਿਲਾਂ ਕਿਰਪਾ ਕਰਕੇ ਟੀਕਾਕਰਨ ਕਰਵਾਉਣ ਅਤੇ ਟੀਕਾਕਰਨ ਨਾ ਕਰਵਾਏ ਯਾਤਰੀਆਂ ਲਈ CDC ਦੀਆਂ ਵਿਸ਼ੇਸ਼ ਸਿਫਾਰਸ਼ਾਂ ਦੀ ਸਮੀਖਿਆ ਕਰ ਲਓ। ਭਾਰਤ ਦੀ ਯਾਤਰਾ ਕਰਨ ਵਾਲਿਆਂ ਲਈ ਮਹੱਤਵਪੂਰਨ ਜਾਣਕਾਰੀ ਦਿੰਦੇ ਹੋਏ CDC ਨੇ ਕਿਹਾ ਕਿ ਭਾਰਤ ਦੀ ਯਾਤਰਾ ਕਰਨ ਤੋਂ ਪਹਿਲਾਂ ਇਹ ਯਕੀਨੀ ਬਣਾਓ ਕਿ ਤੁਸੀਂ ਟੀਕਾ ਲਗਵਾਇਆ ਹੋਇਆ ਹੈ ਅਤੇ ਆਪਣੇ ਕੋਰੋਨਾ ਟੀਕਿਆਂ ਨਾਲ ਅਪ ਟੂ ਡੇਟ ਹੋ। CDC ਨੇ ਕਿਹਾ ਕਿ ਭਾਵੇਂ ਤੁਸੀਂ ਆਪਣੇ ਕੋਰੋਨਾ ਵਾਇਰਸ ਟੀਕਿਆਂ ਦੇ ਨਾਲ ਅਪ ਟੂ ਡੇਟ ਹੋ, ਫਿਰ ਵੀ ਤੁਹਾਨੂੰ ਕੋਵਿਡ-19 ਦੇ ਸੰਕਰਮਣ ਅਤੇ ਫੈਲਣ ਦਾ ਖਤਰਾ ਹੋ ਸਕਦਾ ਹੈ। ਕੋਰੋਨਾ ਸੰਕਟ ਤੋਂ ਉਭਰਨ ਤੋਂ ਬਾਅਦ 2 ਸਾਲਾਂ ਬਾਅਦ ਐਤਵਾਰ ਤੋਂ ਇਸ ਹਫ਼ਤੇ ਅੰਤਰਰਾਸ਼ਟਰੀ ਏਅਰਲਾਈਨਾਂ ਮੁੜ ਸ਼ੁਰੂ ਹੋ ਗਈਆਂ। ਦੇਸ਼ ਦੇ ਹਵਾਈ ਅੱਡੇ ਅਤੇ ਏਅਰਲਾਈਨ ਕੰਪਨੀਆਂ ਪੂਰੀ ਤਰ੍ਹਾਂ ਇਸ ਲਈ ਤਿਆਰ ਸੀ। ਅੰਤਰਰਾਸ਼ਟਰੀ ਏਅਰਲਾਈਨਸ ਦੀ ਸ਼ੁਰੂਆਤ ਇਸ ਖੇਤਰ ਨੂੰ ਵਿਕਾਸ ਤੇ ਉਡਾਣ ਭਰਨ ਵਿੱਚ ਮਦਦ ਕਰੇਗੀ। ਨਵੀਂ ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ਤੇ ਨਿਯਮਿਤ ਅੰਤਰਰਾਸ਼ਟਰੀ ਉਡਾਣਾਂ ਦੇ ਮੁੜ ਸ਼ੁਰੂ ਹੋਣ ਤੋਂ ਬਾਅਦ ਅਪ੍ਰੈਲ ਦੇ ਪਹਿਲੇ ਹਫ਼ਤੇ ਯਾਤਰੀਆਂ ਦੀ ਸੰਖਿਆ ਵਿੱਚ ਭਾਰੀ ਉਛਾਲ ਹੈ। ਭਾਰਤੀ ਏਅਰਲਾਈਨ ਕੰਪਨੀਆਂ ਦੇ ਨਾਲ-ਨਾਲ ਐਮੀਰੇਟਸ, ਵਰਜਿਨ ਐਟਲਾਂਟਿਕ ਸਮੇਤ ਵੱਖ-ਵੱਖ ਵਿਦੇਸ਼ੀ ਏਅਰਲਾਈਨ ਕੰਪਨੀਆਂ ਵੀ ਅੰਤਰਰਾਸ਼ਟਰੀ ਏਅਰਲਾਈਨਾਂ ਦੇ ਮੁੜ ਸ਼ੁਰੂ ਹੋਣ ਨੂੰ ਲੈ ਕੇ ਉਤਸ਼ਾਹਿਤ ਨੇ। ਸਰਕਾਰ ਨੇ ਅੰਤਰਰਾਸ਼ਟਰੀ ਉਡਾਣਾਂ ਸੰਚਾਲਨ
ਮੰਨਣ ਲਈ ਕੋਵਿਡ ਦਿਸ਼ਾ ਨਿਰਦੇਸ਼ਾਂ ਨੂੰ ਵੀ ਸੋਧਿਆ ਹੈ। ਮੈਡੀਕਲ ਐਮਰਜੈਂਸੀ ਲਈ ਅੰਤਰਰਾਸ਼ਟਰੀ ਉਡਾਣਾਂ ਵਿੱਚ 3 ਸੀਟਾਂ ਖਾਲੀ ਰੱਖਣ ਦੀ ਸ਼ਰਤ ਨੂੰ ਵੀ ਹਟਾ ਦਿੱਤਾ ਗਿਆ। ਇਸ ਦੇ ਨਾਲ ਹੀ ਚਾਲਕ ਦਲ ਲਈ ਪੂਰੀ PPE ਕਿੱਟ ਦੀ ਜ਼ਰੂਰਤ ਵੀ ਖਤਮ ਹੋਈ। ਸਰਕਾਰ ਨੇ 23 ਮਾਰਚ 2020 ਨੂੰ ਕੋਰੋਨਾ ਮਹਾਮਾਰੀ ਦੌਰਾਨ ਲਾਗ ਦੇ ਫੈਲਣ ਨੂੰ ਰੋਕਣ ਲਈ ਭਾਰਤ ਲਈ ਅਨੁਸੂਚਿਤ ਅੰਤਰਰਾਸ਼ਟਰੀ ਏਅਰਲਾਈਨਾਂ ਨੂੰ ਮੁਅੱਤਲ ਕਰਨ ਦਾ ਫੈਸਲਾ ਕੀਤਾ ਸੀ। ਹਾਲਾਂਕਿ ਜੁਲਾਈ 2020 ਤੋਂ 에ਅਰ ਬਬਲ ਵਿਵਸਥਾ ਦੇ ਤਹਿਤ ਭਾਰਤ ਅਤੇ 37 ਦੇਸ਼ਾਂ ਵਿਸ਼ੇਸ਼ ਅੰਤਰਰਾਸ਼ਟਰੀ ਉਡਾਣਾਂ ਚੱਲ ਰਹੀਆਂ ਨੇ। ਰੈਗੂਲਰ ਇੰਟਰਨੈਸ਼ਨਲ ਏਅਰਲਾਈਨਸ ਦੇ ਸ਼ੁਰੂ ਹੋਣ ਨਾਲ 에ਅਰ ਬਬਲ ਸਿਸਟਮ ਖਤਮ ਹੋ ਗਿਆ। ਕੋਰੋਨਾ ਦੇ ਮਾਮਲਿਆਂ ਵਿੱਚ ਗਿਰਾਵਟ ਦੇ ਮੱਦੇਨਜ਼ਰ ਸਰਕਾਰ ਨੇ 8 ਮਾਰਚ ਨੂੰ 27 ਮਾਰਚ ਤੋਂ ਅੰਤਰਰਾਸ਼ਟਰੀ ਏਅਰਲਾਈਨਾਂ ਨੂੰ ਮੁੜ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ, ਜੋ ਕਿ ਹੁਣ ਸ਼ੁਰੂ ਹੋ ਚੁੱਕੀਆਂ ਨੇ। ਭਾਰਤ ਸਰਕਾਰ ਜਲਦੀ ਹੀ ਉਹਨਾਂ ਵਿਅਕਤੀਆਂ ਨੂੰ ਕੋਵਿਡ-19 ਵੈਕਸੀਨ ਦੀ ਬੂਸਟਰ ਡੋਜ਼ ਦੀ ਪ੍ਰਵਾਨਗੀ ਦੇ ਸਕਦੀ ਹੈ ਜੋ ਪੜ੍ਹਾਈ, ਕੰਮਕਾਰ, ਖੇਡਾਂ ਅਤੇ ਹੋਰ ਅਧਿਕਾਰਤ ਜਾਂ ਕਾਰੋਬਾਰੀ ਯਾਤਰਾ ਲਈ ਵਿਦੇਸ਼ ਜਾਣਾ ਚਾਹੁੰਦੇ ਨੇ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਇਸ ਗੱਲ ਤੇ ਵੀ ਚਰਚਾ ਕੀਤੀ ਜਾ ਰਹੀ ਹੈ ਕਿ ਜੋ ਵਿਅਕਤੀ ਵਿਦੇਸ਼ ਯਾਤਰਾ ਤੇ ਜਾਣਾ ਚਾਹੁੰਦੇ ਨੇ ਉਹਨਾਂ ਨੂੰ ਪ੍ਰਾਈਵੇਟ ਟੀਕਾਕਰਨ ਕੇਂਦਰਾਂ ਤੇ ਭੁਗਤਾਨ ਕਰਕੇ ਬੂਸਟਰ ਡੋਜ਼ ਲੈਣ ਦੀ ਆਗਿਆ ਦਿੱਤੀ ਜਾਵੇ। ਇਸੇ ਸਮੇਂ ਸਿਹਤ ਕਰਮਚਾਰੀਆਂ, ਮੋਰਲੀ ਕਤਾਰ 'ਚ ਸ਼ਾਮਲ ਕਰਮਚਾਰੀਆਂ ਤੇ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਕੋਵਿਡ-19 ਟੀਕੇ ਦੀ ਇਹਤਿਆਤ ਖੁਰਾਕ ਦਿੱਤੀ ਜਾ ਰਹੀ ਹੈ। ਇਸ ਹਫਤੇ ਦੀਆਂ ਇਮੀਗ੍ਰੇਸ਼ਨ ਅਪਡੇਟ ਨਿਊਜ਼ ਦੇ ਵਿੱਚ ਇੰਨਾ ਹੀ। ਵਰੁਣ ਕੌਰ ਮਾਨ ਨੂੰ ਦਿਓ ਆਗਿਆ। ਅਗਲੇ ਹਫਤੇ ਫਿਰ ਤੋਂ ਪੂਰੇ ਹਫਤੇ ਦੀਆਂ ਖਬਰਾਂ ਲੈ ਕੇ ਜੋ ਇਮੀਗ੍ਰੇਸ਼ਨ ਦੇ ਨਾਲ ਜੁੜੀਆਂ ਹੋਈਆਂ ਨੇ ਮੈਂ ਹਾਜ਼ਰ ਹੋਊਂਗੀ। ਸਾਡਾ YouTube ਚੈਨਲ ਹੈ ਜੀ ਪੰਜਾਬ ਮੇਲ ਯੂਨੀਵਰਸਿਟੀ, ਉਸ ਨੂੰ ਵੀ ਤੁਸੀਂ ਸਬਸਕ੍ਰਾਈਬ ਕਰਕੇ ਹੋਰ ਬਹੁਤ ਸਾਰੀ ਜਾਣਕਾਰੀ ਹਾਸਲ ਕਰ ਸਕਦੇ ਹੋ। ਸਤਿ ਸ਼੍ਰੀ ਅਕਾਲ।